ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਪੰਜਾਬੀ ਦੀ ਔਨਲਾਈਨ ਜਮਾਤ ਵਿੱਚ ਆਪ ਸਾਰਿਆਂ ਦਾ ਹਮੇਸ਼ਾ ਦੀ ਤਰ੍ਹਾਂ ਸਵਾਗਤ ਹੈ। ਪਿਛਲੇ ਜਮਾਤ ਵਿੱਚ ਅਸੀਂ ਕਹਿਣੀ ਅਤੇ ਕਰਨੀ ਪਾਠ ਪੜ੍ਹ ਰਹੇ ਸੀ ਅਤੇ ਅਸੀਂ ਪਹਿਲਾ ਭਾਗ ਕੀਤਾ ਸੀ। ਅੱਜ ਅਸੀਂ ਦੂਜਾ ਭਾਗ ਪੜ੍ਹਾਂਗੇ। ਕਹਿਣੀ ਅਤੇ ਕਰਨੀ ਪਾਠ ਵਿੱਚ ਤੁਸੀਂ ਕੀ ਪੜ੍ਹਿਆ ਸੀ ਕਿ ਗੁਰਬਚਨ ਸਿੰਘ ਇੱਕ ਮਿਹਨਤੀ ਕਿਸਾਨ ਸੀ। ਉਹ ਆਪਣੀ ਥੋੜ੍ਹੀ ਜਿਹੀ ਜ਼ਮੀਨ 'ਤੇ ਮਿਹਨਤ ਕਰਕੇ ਬਹੁਤ ਚੰਗਾ ਗੁਜ਼ਾਰਾ ਕਰ ਰਿਹਾ ਸੀ। ਉਸਦਾ ਇੱਕ ਬੇਟਾ ਸੀ ਜਿਹਦਾ ਨਾਂ ਬਿੱਟੂ ਸੀ ਅਤੇ ਉਹ ਰਾਤ ਨੂੰ ਬਿੱਟੂ ਨੂੰ ਸੌਣ ਤੋਂ ਪਹਿਲਾਂ ਕੋਈ ਨਾ ਕੋਈ ਸਿੱਖਿਆਦਾਇਕ ਕਹਾਣੀ ਸੁਣਾਉਂਦਾ ਸੀ। ਇੱਕ ਦਿਨ ਉਹਨਾਂ ਨੇ ਜਿਹੜੀ ਕਹਾਣੀ ਸੁਣਾਈ ਉਹਦਾ ਵਿਸ਼ਾ ਸੀ ਕਿ ਪਰਮਾਤਮਾ ਹਰ ਥਾਂ 'ਤੇ ਮੌਜੂਦ ਹੈ। ਉਹ ਸਾਨੂੰ ਹਰ ਚੰਗੇ ਮਾੜੇ ਕੰਮ ਕਰਦੇ ਹੋਏ ਦੇਖਦਾ ਹੈ ਅਤੇ ਉਹਨਾਂ ਨੇ ਆਪਣੇ ਬੇਟੇ ਨੂੰ ਸਮਝਾਇਆ ਕਿ ਅਸੀਂ ਪਰਮਾਤਮਾ ਨੂੰ ਨਹੀਂ ਵੇਖ ਸਕਦੇ, ਪਰ ਉਹ ਹਰ ਥਾਂ ਹੈ। ਉਹ ਸਾਨੂੰ ਸਾਡੇ ਜੋ ਵੀ ਅਸੀਂ ਚੰਗੇ ਅਤੇ ਮਾੜੇ ਬੁਰੇ ਕੰਮ ਕਰਦੇ ਹਾਂ ਉਹਨਾਂ ਨੂੰ ਦੇਖਦਾ ਹੈ। ਬਿੱਟੂ ਨੇ ਆਪਣੇ ਪਿਤਾ ਦੀ ਇਹ ਗੱਲ ਪੱਲੇ ਬੰਨ੍ਹ ਲਈ, ਯਾਦ ਰੱਖ ਲਈ, ਉਸਨੇ ਆਪਣੇ ਦਿਮਾਗ ਵਿੱਚ ਬਿਠਾ ਲਈ। ਉਹ ਹੁਣ ਬੜਾ ਧਿਆਨ ਰੱਖਦਾ ਸੀ ਕਿ ਉਸ ਕੋਲ ਕੋਈ ਗਲਤ ਕੰਮ ਨਾ ਹੋ ਜਾਏ। ਅਸੀਂ ਇੱਥੋਂ ਤੱਕ ਪੜ੍ਹਿਆ ਸੀ। ਹੁਣ ਅਸੀਂ ਅੱਗੋਂ ਪੜ੍ਹਨ ਜਾ ਰਹੇ ਹਾਂ। ਸਾਰਿਆਂ ਨੇ ਧਿਆਨ ਨਾਲ ਪਾਠ ਨੂੰ ਸੁਣਨਾ ਹੈ। ਇੱਕ ਵਾਰੀ ਬਾਰਿਸ਼ ਬਿਲਕੁਲ ਨਾ ਹੋਈ। ਬਾਰਿਸ਼ ਦਾ ਅਰਥ ਹੈ ਵਰਖਾ, ਮੀਂਹ। ਬਾਰਿਸ਼ ਬਿਲਕੁਲ ਵੀ ਨਾ ਹੋਈ। ਸਾਰੇ ਛੋਟੇ ਕਿਸਾਨਾਂ ਦੀਆਂ ਫਸਲਾਂ ਸੁੱਕ ਗਈਆਂ। ਜਿਹੜੇ ਕਿਸਾਨ ਸਨ ਉਹਨਾਂ ਦੀ ਫਸਲਾਂ ਬਰਬਾਦ ਹੋ ਗਈਆਂ, ਤਬਾਹ ਹੋ ਗਈਆਂ। ਕਿਸ ਕਰਕੇ? ਪਾਣੀ ਨਾ ਮਿਲਣ ਕਰਕੇ ਫਸਲਾਂ ਜਿਹੜੀਆਂ ਸੀ ਉਹ ਸੁੱਕ ਗਈਆਂ ਸੀ, ਮੁਰਝਾ ਗਈਆਂ ਸੀ। ਬਿੱਟੂ ਹੋਰਾਂ ਦੇ ਪਿੰਡ ਸਿਰਫ ਵੱਡੇ ਜਾਗੀਰਦਾਰ ਦੀ ਫਸਲ ਹੀ ਹੋਈ ਸੀ। ਪਿੰਡ ਵਿੱਚ ਜਿਹੜਾ ਜਾਗੀਰਦਾਰ ਸੀ, ਜਿਹੜਾ ਉੱਥੇ ਦਾ ਜ਼ਿਮੀਂਦਾਰ ਸੀ ਪਿੰਡ ਦਾ, ਉਹਨਾਂ ਦੇ ਘਰ ਹੀ ਸਿਰਫ ਉਹਨਾਂ ਦੇ ਖੇਤਾਂ ਵਿੱਚ ਹੀ ਸਿਰਫ ਫਸਲ ਹੋਈ ਸੀ। ਕਿਉਂ ਹੋਈ ਸੀ? ਕਿਉਂਕਿ ਉਸ ਦੀਆਂ ਆਪਣੀਆਂ ਬੰਬੀਆਂ ਸਨ। ਬੰਬੀਆਂ ਕੀ ਨੇ? ਪਾਣੀ ਦੇਣ ਦਾ, ਖੇਤਾਂ ਨੂੰ ਪਾਣੀ ਦੇਣ ਦਾ ਸਰੋਤ, ਵਸੀਲਾ। ਕਿ ਉਹਨਾਂ ਕੋਲ ਪਾਣੀ ਦੇਣ ਦਾ ਜਿਹੜਾ ਜ਼ਰੀਆ ਸੀ ਉਹ ਬੰਬੇ ਸਨ। ਬੰਬੀਆਂ ਮਤਲਬ ਪਾਣੀ ਦੇਣ ਦਾ ਵਸੀਲਾ, ਪਾਣੀ ਦੇਣ ਦੇ ਢੰਗ ਜਿਹੜੇ ਸਨ ਉਸ ਕੋਲ ਬਹੁਤ ਸਾਰੇ ਸਨ ਅਤੇ ਉਹਨਾਂ ਦੀ ਫਸਲ ਨੂੰ ਵੇਲੇ ਸਿਰ ਮਤਲਬ ਸਮੇਂ ਸਿਰ ਪਾਣੀ ਮਿਲਦਾ ਰਿਹਾ ਸੀ। ਕੋਈ ਵੀ ਪਾਣੀ ਦੀ ਥੋੜ੍ਹ ਨਹੀਂ ਹੋਈ। ਜੋ ਵੀ ਪਾਣੀ ਹੁੰਦਾ ਸੀ ਉਹ ਆਪਣੇ ਜਿਹੜਾ ਟਿਊਬਵੈੱਲ ਜਿਹਨੂੰ ਕਹਿ ਸਕਦੇ ਹੋ, ਚਲਾ ਕੇ ਟਿਊਬਵੈੱਲ ਰਾਹੀਂ ਜਾਂ ਹੋਰ ਕਿਸੇ ਸਰੋਤ ਰਾਹੀਂ ਪਾਣੀ ਬਰਾਬਰ ਖੇਤਾਂ ਨੂੰ ਮਿਲਦਾ ਰਿਹਾ ਸੀ। ਜਿਸ ਕਰਕੇ ਜਾਗੀਰਦਾਰ ਦੀ ਫਸਲ ਜਿਹੜੀ ਸੀ ਉਹ ਬਹੁਤ ਚੰਗੀ ਹੋਈ ਅਤੇ ਬਾਕੀ ਸਾਰਿਆਂ ਦੀ ਸੁੱਕ ਗਈ ਸੀ, ਬਰਬਾਦ ਹੋ ਗਈ ਸੀ। ਪਿੰਡ ਵਿੱਚ ਅਕਾਲ ਵਰਗੀ ਹਾਲਤ ਹੋ ਗਈ। ਅਕਾਲ ਕੀ ਹੁੰਦਾ? ਕਿ ਪਿੰਡ ਵਿੱਚ ਖਾਣ ਪੀਣ ਦੀ ਚੀਜ਼ਾਂ ਦੀ ਕਮੀ, ਪਾਣੀ ਦੀ ਕਮੀ, ਹਰ ਚੀਜ਼ ਦੀ ਕਮੀ ਹੋ ਗਈ। ਪਿੰਡ ਵਿੱਚ ਬਹੁਤ ਮਾੜੀ ਹਾਲਤ ਹੋ ਗਈ ਸੀ। ਇੱਕ ਰਾਤ ਗੁਰਬਚਨ ਸਿੰਘ ਨੇ ਬਿੱਟੂ ਨੂੰ ਨਾਲ ਲਿਆ। ਇੱਕ ਰਾਤ ਨੂੰ ਕੀ ਕੀਤਾ ਗੁਰਬਚਨ ਸਿੰਘ ਨੇ? ਬਿੱਟੂ ਨੂੰ, ਆਪਣੇ ਬੇਟੇ ਨੂੰ ਆਪਣੇ ਨਾਲ ਲਿਆ ਅਤੇ ਜਾਗੀਰਦਾਰ ਦੇ ਖੇਤਾਂ ਵੱਲ ਤੁਰ ਪਿਆ ਮਤਲਬ ਚੱਲ ਪਿਆ। ਜਾਗੀਰਦਾਰ ਦੇ ਖੇਤਾਂ ਵੱਲ ਚਲਾ ਗਿਆ। ਉਹ ਇੱਕ ਭਰੀ ਕਣਕ ਦੀ ਚੋਰੀ ਵੱਢ ਕੇ ਲਿਆਉਣੀ ਚਾਹੁੰਦਾ ਸੀ। ਉਹਨੇ ਕੀ ਸੋਚਿਆ? ਮੇਰੀ ਫਸਲ ਤਾਂ ਹੋਈ ਨਹੀਂ ਹੈ, ਤਾਂ ਮੈਂ ਇਸ ਤਰ੍ਹਾਂ ਕਰਦਾ, ਰਾਤ ਨੂੰ ਕਿਹੜਾ ਕੋਈ ਦੇਖ ਰਿਹਾ, ਮੈਂ ਰਾਤ ਨੂੰ ਜਾਗੀਰਦਾਰ ਦੇ ਖੇਤਾਂ ਵਿੱਚ ਜਾਵਾਂਗਾ ਅਤੇ ਕਣਕ ਦੀ ਚੋਰੀ ਕਰਕੇ ਭਰੀ ਜਿਹੜੀ ਕਣਕ ਉੱਥੇ ਲੱਗੀ ਹੋਈ ਹੈ, ਮੈਂ ਉਸ ਨੂੰ ਵੱਢ ਕੇ ਅਤੇ ਮੈਂ ਚੋਰੀ ਕਰਕੇ ਲਿਆਊਂਗਾ। ਲਿਆਉਣੀ ਚਾਹੁੰਦਾ ਸੀ। ਵੱਢ ਕੇ ਮਤਲਬ ਕੱਟ ਕੇ, ਚੋਰੀ ਉਸਨੂੰ ਵੱਢ ਕੇ ਕੱਟ ਕੇ ਫਸਲ ਨੂੰ ਲਿਆਉਣੀ ਚਾਹੁੰਦਾ ਸੀ। ਕਿਉਂਕਿ ਘਰ ਖਾਣ ਨੂੰ ਇੱਕ ਦਾਣਾ ਵੀ ਨਹੀਂ ਸੀ। ਉਹ ਇੰਨੇ ਗਰੀਬ ਸੀ ਕਿ ਉਹਨਾਂ ਦੀ ਜਦੋਂ ਫਸਲ ਖਰਾਬ ਹੋ ਗਈ ਤਾਂ ਉਹਨਾਂ ਦੇ ਘਰ ਖਾਣ ਵਾਸਤੇ ਇੱਕ ਦਾਣਾ ਵੀ ਨਹੀਂ ਬਚਿਆ, ਖਾਣ ਵਾਸਤੇ ਕੁਝ ਵੀ ਨਹੀਂ ਬਚਿਆ। ਬਿੱਟੂ ਨੂੰ ਖੇਤ ਤੋਂ ਥੋੜ੍ਹੀ ਦੂਰ ਖੜ੍ਹਾ ਕਰਕੇ ਉਸਨੇ ਕਿਹਾ, ਤੂੰ ਚਾਰੇ ਪਾਸੇ ਖਿਆਲ ਰੱਖੀਂ, ਕੋਈ ਇੱਧਰ ਆਏ ਤਾਂ ਵੇਖੇ ਤਾਂ ਤੂੰ ਚੁੱਪ ਕਰਕੇ ਮੈਨੂੰ ਦੱਸ ਦੇਈਂ। ਉਹ ਆਪਣੇ ਬੇਟੇ ਨੂੰ ਕਹਿ ਰਿਹਾ ਕਿ ਮੈਂ ਫਸਲ ਕੱਟ ਰਿਹਾ ਹਾਂ, ਇਹ ਕਣਕ ਕੱਟਣ ਜਾ ਰਿਹਾ ਹਾਂ ਅਤੇ ਜੇ ਕੋਈ ਆ ਜਾਵੇ ਤਾਂ ਮੈਨੂੰ ਚੁੱਪਚਾਪ ਆ ਕੇ ਦੱਸ ਦੇਈਂ। ਗੁਰਬਚਨ ਸਿੰਘ ਜਿਉਂ ਹੀ ਜਾਗੀਰਦਾਰ ਦੇ ਖੇਤ ਵਿੱਚ ਜਾ ਕੇ ਕਣਕ ਕੱਟਣ ਲੱਗਾ ਕਿ ਉਸੀ ਵਕਤ ਮਤਲਬ ਉਸੀ ਸਮੇਂ, ਉਸੀ ਵਕਤ ਬਿੱਟੂ ਆ ਗਿਆ। ਬਿੱਟੂ ਨੇ ਕੀ ਕਿਹਾ? ਪਿਤਾ ਜੀ ਰੁਕ ਜਾਓ। ਕਿਉਂ? ਕੋਈ ਵੇਖ ਰਿਹਾ? ਗੁਰਬਚਨ ਸਿੰਘ ਨੇ ਪੁੱਛਿਆ।
ਹਾਂ ਵੇਖ ਰਿਹਾ ਹੈ, ਬਿੱਟੂ ਨੇ ਜਵਾਬ ਦਿੱਤਾ। ਬਿੱਟੂ ਕਹਿੰਦਾ ਹਾਂ ਪਿਤਾ ਜੀ ਵੇਖ ਰਿਹਾ ਹੈ। ਗੁਰਬਚਨ ਸਿੰਘ ਉਸੇ ਵਕਤ ਖੇਤ ਵਿੱਚੋਂ ਬਾਹਰ ਨਿਕਲ ਆਇਆ। ਖੇਤ ਵਿੱਚੋਂ ਬਾਹਰ ਆ ਗਿਆ ਅਤੇ ਪੁੱਛਿਆ, ਕੌਣ ਵੇਖ ਰਿਹਾ ਸੀ? ਤੁਸੀਂ ਹੀ ਤੇ ਮੈਨੂੰ ਛੋਟੇ ਹੁੰਦਿਆਂ ਇੱਕ ਕਹਾਣੀ ਸੁਣਾਈ ਸੀ ਕਿ ਪਰਮਾਤਮਾ ਹਰ ਥਾਂ 'ਤੇ ਮੌਜੂਦ ਹੈ ਅਤੇ ਉਹ ਹਰ ਇੱਕ ਦੇ ਚੰਗੇ ਮਾੜੇ ਕੰਮ ਵੇਖਦਾ ਰਹਿੰਦਾ ਹੈ। ਬਿੱਟੂ ਨੇ ਭੋਲੇ ਭਾਅ, ਬੜੇ ਇਨੋਸੈਂਟ, ਜਿਵੇਂ ਬੱਚੇ ਬੜੇ ਭੋਲੇ ਜਿਹੇ ਹੁੰਦੇ ਨੇ, ਜਿਸ ਤਰ੍ਹਾਂ ਉਸਨੇ ਆਪਣੇ ਪਿਤਾ ਜੀ ਤੋਂ ਗੱਲ ਸੁਣੀ ਸੀ, ਆਪਣੇ ਦਿਮਾਗ ਵਿੱਚ ਉਹਦੇ ਗੱਲ ਬੈਠੀ ਹੋਈ ਸੀ, ਉਸਨੇ ਉਹੀ ਜਿਹੜੀ ਗੱਲ ਸੀ ਆਪਣੇ ਪਿਤਾ ਜੀ ਨੂੰ ਭੋਲੇ ਭਾਅ ਕਹਿ ਦਿੱਤੀ। ਬਿੱਟੂ ਨੇ ਭੋਲੇ ਭਾਅ ਪਿਤਾ ਜੀ ਨੂੰ ਸਾਰੀ ਗੱਲ ਇਹ ਕਹਿ ਦਿੱਤੀ। ਜਿਵੇਂ ਹੀ ਉਸਨੇ ਆਪਣੇ ਪਿਤਾ ਜੀ ਤੋਂ ਇਹ ਗੱਲ ਸੁਣੀ ਸੀ ਕਿ ਪਰਮਾਤਮਾ ਸਾਡੇ ਸਾਰੇ ਚੰਗੇ ਬੁਰੇ ਕੰਮਾਂ ਨੂੰ ਦੇਖਦਾ ਹੈ, ਇਸੇ ਤਰ੍ਹਾਂ ਜਦ ਉਹਦੇ ਪਿਤਾ ਜੀ ਜਾਗੀਰਦਾਰ ਦੇ ਖੇਤ ਵਿੱਚੋਂ ਫਸਲ ਕੱਟਣ ਲੱਗੇ ਤਾਂ ਉਸੇ ਵਕਤ ਉਸਨੇ ਆਪਣੇ ਪਿਤਾ ਜੀ ਨੂੰ ਟੋਕ ਦਿੱਤਾ। ਇਹ ਕਿਹਾ ਕਿ ਪਿਤਾ ਜੀ ਕੋਈ ਦੇਖ ਰਿਹਾ ਹੈ। ਉਸਦੇ ਪਿਤਾ ਜੀ ਕਹਿਣ ਲੱਗੇ, ਕੌਣ ਦੇਖ ਰਿਹਾ ਹੈ? ਗੁਰਬਚਨ ਸਿੰਘ ਆਪਣੇ ਪੁੱਤਰ ਦੀ ਗੱਲ ਸੁਣ ਕੇ ਬੜਾ ਸ਼ਰਮਿੰਦਾ ਹੋਇਆ। ਉਸਦੇ ਪੁੱਤਰ ਨੇ ਕਿਹਾ ਕਿ ਪਿਤਾ ਜੀ ਤੁਸੀਂ ਮੈਨੂੰ ਆਪ ਹੀ ਤਾਂ ਕਿਹਾ ਸੀ ਕਿ ਪਰਮਾਤਮਾ ਸਾਡੇ ਸਾਰੇ ਚੰਗੇ ਮਾੜੇ ਕੰਮਾਂ ਨੂੰ ਦੇਖਦਾ ਹੈ, ਅਤੇ ਹੁਣ ਤੁਸੀਂ ਫਿਰ ਇਹ ਗਲਤ ਕੰਮ ਕਰਨ ਲੱਗ ਗਏ ਹੋ, ਅਤੇ ਤੁਹਾਨੂੰ ਰੱਬ ਦੇਖ ਰਿਹਾ ਹੈ, ਪਰਮਾਤਮਾ ਦੇਖ ਰਿਹਾ ਹੈ। ਇਹ ਗੱਲ ਸੁਣ ਕੇ ਉਸਦਾ ਪਿਤਾ ਬਹੁਤ ਹੀ ਸ਼ਰਮਿੰਦਾ ਹੋਇਆ, ਪਾਣੀ ਪਾਣੀ ਹੋ ਗਿਆ ਅਤੇ ਚੁੱਪਚਾਪ ਬਿੱਟੂ ਦਾ ਹੱਥ ਫੜ ਕੇ ਘਰ ਵੱਲ ਤੁਰ ਪਿਆ। ਅਤੇ ਗੁਰਬਚਨ ਸਿੰਘ ਨੂੰ ਸਮਝ ਆ ਗਈ ਸੀ ਕਿ ਮੈਂ ਗਲਤ ਕੰਮ ਕਰ ਰਿਹਾ ਸੀ, ਮੈਂ ਆਪਣੇ ਹੀ ਬੱਚੇ ਨੂੰ ਇਹ ਗੱਲ ਕਹੀ ਸੀ ਅਤੇ ਆਪ ਹੀ ਇਸ 'ਤੇ ਅਮਲ ਨਹੀਂ ਕੀਤਾ। ਸੋ ਬੱਚਿਓ, ਕਹਿਣੀ ਅਤੇ ਕਰਨੀ, ਉਹਦੇ ਪਿਤਾ ਨੇ ਕਹਿ ਤਾਂ ਦਿੱਤਾ ਬਿੱਟੂ ਦੇ ਪਿਤਾ ਨੇ, ਪਰ ਆਪ ਉਸ 'ਤੇ ਅਮਲ ਨਹੀਂ ਕੀਤਾ। ਆਪ ਉਹ ਗਲਤ ਕੰਮ ਕਰਨਾ ਜਿਵੇਂ ਹੀ ਸ਼ੁਰੂ ਕਰਨ ਲੱਗਿਆ ਸੀ, ਉਸਦੇ ਬੇਟੇ ਨੇ ਉਸਨੂੰ ਟੋਕ ਦਿੱਤਾ, ਬਿੱਟੂ ਨੇ ਉਸਨੂੰ ਟੋਕ ਦਿੱਤਾ ਅਤੇ ਉਸਨੂੰ ਗਲਤ ਕੰਮ ਨਹੀਂ ਕਰਨ ਦਿੱਤਾ। ਸੋ ਇਸ ਪਾਠ ਦਾ ਕੇਂਦਰੀ ਭਾਵ ਕੀ ਹੈ? ਮਨੁੱਖ ਦੀ ਕਹਿਣੀ ਅਤੇ ਕਰਨੀ ਵਿੱਚ ਅੰਤਰ ਨਹੀਂ ਹੋਣਾ ਚਾਹੀਦਾ ਹੈ। ਮਨੁੱਖ ਜਿਹੜੇ ਵਿਚਾਰ ਲੋਕਾਂ ਸਾਹਮਣੇ ਪ੍ਰਗਟਾਉਂਦਾ ਹੈ, ਉਹਨਾਂ ਵਿਚਾਰਾਂ ਨੂੰ ਅਸਲੀ ਜੀਵਨ ਵਿੱਚ ਵੀ ਅਪਣਾਉਣਾ ਚਾਹੀਦਾ ਹੈ। ਹੁਣ ਮਾਪਿਓ ਅਗਰ ਆਪਣੇ ਬੱਚੇ ਨੂੰ ਕੋਈ ਚੰਗੀ ਗੱਲ ਕਰਨ ਲਈ ਸਿਖਾ ਰਹੇ ਹਨ, ਪਰ ਉਹ ਆਪ ਹੀ ਉਸ 'ਤੇ ਅਮਲ ਨਹੀਂ ਕਰ ਰਹੇ, ਤਾਂ ਉਸਦਾ ਕੋਈ ਫਾਇਦਾ ਨਹੀਂ ਹੈ। ਪਰਮਾਤਮਾ ਸਰਵ ਵਿਆਪਕ ਹੈ। ਸਰਵ ਵਿਆਪਕ ਦਾ ਮਤਲਬ ਹੈ ਹਰ ਥਾਂ ਮੌਜੂਦ ਹੈ। ਇਸ ਲਈ ਸਾਡੇ ਦੁਆਰਾ ਕੀਤਾ ਕੋਈ ਵੀ ਚੰਗਾ ਮਾੜਾ ਕਰਮ ਉਸ ਦੀ ਨਜ਼ਰ ਤੋਂ ਨਹੀਂ ਬਚ ਸਕਦਾ। ਕੋਈ ਵੀ ਕੰਮ ਅਗਰ ਅਸੀਂ ਮਾੜਾ ਕਰਾਂਗੇ ਤਾਂ ਉਹ ਸਾਡੀ ਨਜ਼ਰਾਂ ਤੋਂ ਨਹੀਂ ਬਚ ਸਕਦਾ। ਸੋ ਪਿਆਰੇ ਬੱਚਿਓ, ਅਗਰ ਤੁਹਾਨੂੰ ਕਿਸੇ ਨੇ ਕੋਈ ਚੰਗੀ ਗੱਲ ਆਖੀ ਹੈ ਤਾਂ ਉਸ 'ਤੇ ਅਮਲ ਜ਼ਰੂਰ ਕਰਨਾ ਹੈ। ਇਹ ਨਹੀਂ ਕਿ ਸੁਣ ਕੇ ਅਤੇ ਬਸ ਉੱਥੇ ਹੀ ਗੱਲ ਖ਼ਤਮ ਕਰ ਦੇਣੀ ਹੈ। ਨਹੀਂ, ਜੋ ਚੰਗੀ ਗੱਲ ਤੁਸੀਂ ਕਿਸੇ ਤੋਂ ਸਿੱਖੀ ਹੈ, ਤੁਸੀਂ ਉਸ 'ਤੇ ਅਮਲ ਵੀ ਜ਼ਰੂਰ ਕਰਨਾ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪਾਠ ਸਮਝ ਆ ਗਿਆ ਹੋਵੇਗਾ। ਜਿਸ ਦੀ ਕੋਈ ਵੀ ਸ਼ੰਕਾ ਹੋਵੇ ਉਹ WhatsApp ਗਰੁੱਪ 'ਤੇ ਵੀ ਪੁੱਛ ਸਕਦਾ ਹੈ। ਮੈਂ ਤੁਹਾਨੂੰ ਇਸ ਪਾਠ ਨਾਲ ਸੰਬੰਧਿਤ ਵਰਕਸ਼ੀਟ ਭੇਜ ਰਹੀ ਹਾਂ। ਉਹ ਤੁਸੀਂ ਪੰਜਾਬੀ ਦੀ ਕਾਪੀਆਂ ਵਿੱਚ ਹੀ ਕਰਨੀ ਹੈ, ਜਿੱਥੇ ਤੁਸੀਂ ਪਹਿਲੇ ਹੀ ਪੰਜਾਬੀ ਦਾ ਕੰਮ ਕਰ ਰਹੇ ਹੋ। ਇਸ ਲਈ ਨਵੀਂ ਕਾਪੀ ਲਾਉਣ ਦੀ ਜ਼ਰੂਰਤ ਨਹੀਂ ਹੈ। ਪੰਜਾਬੀ ਦੀ ਕਾਪੀਆਂ ਵਿੱਚ ਹੀ ਤੁਸੀਂ ਇਹ ਸਾਰਾ ਕੰਮ ਕਰਦੇ ਜਾਣਾ ਹੈ। ਧੰਨਵਾਦ ਬੱਚਿਓ।